ओके बेटा, सो आप स्टार्ट करते हैं। सो आप स्टार्ट करते हैं बेटा रुदरफोर्ड ਸਕੈਟਰਿੰਗ मॉडल तो। आई होप ਤੁਹਾਨੂੰ ਆਵਾਜ਼ ਵਗੈਰਾ ਕਲੀਅਰ ਹੋਏਗੀ। ਸੋ ਰੁਦਰਫੋਰਡ ਸਕੈਟਰਿੰਗ ਮਾਡਲ ਦੇ ਵਿੱਚ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀਗੇ ਕਿ ਰੁਦਰਫੋਰਡ ਸਕੈਟਰਿੰਗ ਮਾਡਲ ਜਿਹੜਾ ਹੈ ਕਿ ਉਸ ਦੇ ਵਿੱਚ ਆਪਣੇ ਕੋਲ ਕਾਫੀ ਕੁਝ ਮਟੀਰੀਅਲ ਅਵੇਲੇਬਲ ਹੋਏਗਾ, ਬਿਕੋਜ਼ ਰੁਦਰਫੋਰਡ ਨੇ ਆਪਣੇ ਪਾਇਨੀਅਰਿੰਗ ਵਰਕ ਕੀਤਾ ਹੋਇਆ ਅਲਫਾ ਪਾਰਟੀਕਲ ਸਕੈਟਰਿੰਗ ਦੇ ਵਿੱਚ। ਸੋ ਆਪਣੇ ਕੋਲ ਅਲਫਾ ਪਾਰਟੀਕਲ ਲੈਫਟ ਸਾਈਡ ਤੋਂ ਇਨਸੀਡੈਂਟ ਹੋ ਰਹੇ ਸੀਗੇ ਐਂਡ ਉਹਦੇ ਵਿੱਚ ਕੀ ਹੈ ਰਾਈਟ ਸਾਈਡ ਨੂੰ ਜਾ ਰਹੇ ਆ ਐਂਡ ਅਲਟੀਮੇਟਲੀ ਜਿਹੜੇ ਜਿਸ ਤਰ੍ਹਾਂ ਇੱਕ ਐਟਮ ਡਿਪਿਕਟ ਕੀਤਾ ਹੋਇਆ ਉਹਦੇ ਵਿੱਚ ਕੀ ਹੈ ਅਲਫਾ ਪਾਰਟੀਕਲ ਉਹਦੇ ਪਾਸ ਥਰੂ ਹੋ ਜਾਂਦੇ ਬਿਕੋਜ਼ 90% ਆਫ ਦੀ ਸਪੇਸ ਆਫ ਦੀ ਨਿਊਕਲੀਅਸ ਇਜ਼ ਐਮਟੀ ਸੌਰੀ ਆਫ ਦੀ ਐਟਮ ਸੌਰੀ ਵੀ ਜਿਹੜਾ ਨਿਊਕਲੀਅਸ ਹੈ ਐਟਮ ਹੈ ਉਹਦੀ 90% ਜਿਹੜੀ ਸਪੇਸ ਹੈ ਉਹ ਐਮਟੀ ਹੁੰਦੀ ਹੈ, ਇਸ ਕਰਕੇ ਉਹਦੇ ਵਿੱਚੋਂ ਪਾਸ ਥਰੂ ਹੋ ਜਾਂਦੇ, ਇਸ ਕਰਕੇ ਅਲਫਾ ਪਾਰਟੀਕਲ ਜਿਹੜਾ ਪਾਸ ਥਰੂ ਰਹਿਣਗੇ। ਲੇਕਿਨ ਉਹਦੇ ਵਿੱਚੋਂ ਕੀ ਹੈ ਬਹੁਤ ਲੈਸ ਦੈਨ 5% ਜਿਹੜੇ ਐਟਮਸ ਹੋਣਗੇ ਉਹ ਅਲਫਾ ਪਾਰਟੀਕਲਸ ਹੋਣਗੇ ਰਿਫਲੈਕਟ ਬੈਕ ਹੋਣਗੇ। ਸੋ ਉਹਦੇ ਵਿੱਚ ਜਿਹੜੀ ਥਿਊਰੀ ਉਹਨੇ ਪ੍ਰੈਡਿਕਟ ਕੀਤੀ ਸੀ ਕਿ ਸੈਂਟਰ ਦੇ ਵਿੱਚ ਕੋਈ ਨਾ ਕੋਈ ਹੈਵੀਲੀ ਚਾਰਜ ਪਾਰਟੀਕਲ ਐਗਜ਼ਿਸਟ ਕਰਨਾ ਚਾਹੀਦਾ ਦੈਟ ਇਜ਼ ਨਿਊਕਲੀਅਸ, ਜਿਸ ਦੇ ਕਰਕੇ ਰਿਫਲੈਕਸ਼ਨ ਪੋਸੀਬਲ ਹੈ ਬਿਕੋਜ਼ ਅਲਫਾ ਪਾਰਟੀਕਲ ਜਿਹੜਾ ਹੈ ਪੋਜ਼ਿਟਿਵਲੀ ਚਾਰਜ ਹੁੰਦਾ ਹੈ ਐਂਡ ਸੈਂਟਰ ਉੱਪਰ ਜਿਹੜਾ ਨਿਊਕਲੀਅਸ ਪਿਆ ਹੋਇਆ ਦੈਟ ਇਜ਼ ਆਲਸੋ ਪੋਜ਼ਿਟਿਵਲੀ ਚਾਰਜ। ਸੋ ਪੋਜ਼ਿਟਿਵ ਐਂਡ ਪੋਜ਼ਿਟਿਵ ਇੱਕ ਦੂਸਰੇ ਨੂੰ ਰਿਪੈਲ ਕਰਨਗੇ, ਅਲਟੀਮੇਟਲੀ ਜਿਹੜਾ ਤੁਹਾਡਾ ਚਾਰਜ ਹੈ ਵਾਪਸ ਚਲਾ ਜਾਏਗਾ। ਸੋ ਇਹਦੇ ਜਿਹੜੇ ਰੁਦਰਫੋਰਡ ਸਕੈਟਰਿੰਗ ਮਾਡਲ ਹੈ ਉਹਨੇ ਕੀ ਕੀਤਾ ਸੀਗਾ ਜਿਹੜਾ ਨਿਊਕਲੀਅਸ ਦਾ ਰੇਡੀਅਸ ਹੈ ਔਰ ਡਾਇਆਮੀਟਰ ਹੈ ਉਹਨੇ ਮੇਜਰ ਕਰਨ ਦੀ ਕੋਸ਼ਿਸ਼ ਕੀਤੀ ਸੀ ਐਂਡ ਹੀ ਕੇਮ ਆਊਟ ਟੂ ਬੀ 10⁻14 ਮੀਟਰ। ਸੋ 1 ਫੈਕਟੋਮੀਟਰ ਦੇ ਬਰਾਬਰ ਆਇਆ ਸੀਗਾ। So atom has a large empty space since most of the alpha particles pass through the metallic foil. So metallic foil ਕਿਹੜੀ ਹੈ ਬੇਟਾ ਉਹਨੇ ਜਿਹੜੀ ਲਈ ਸੀ gold foil ਲਈ ਸੀ because gold foil ਕੀ ਹੈ ਜਿਹੜਾ gold nucleus ਹੁੰਦਾ ਹੈਵੀ ਹੁੰਦਾ ਹੈ ਉਹਦੇ ਵਿੱਚ ਇਲੈਕਟ੍ਰੋਨਸ ਕਾਫੀ ਜ਼ਿਆਦਾ ਹੁੰਦੇ ਆ, ਇਸ ਕਰਕੇ ਉਹਦੇ ਵਿੱਚ ਕਾਫੀ ਤਰ੍ਹਾਂ ਦੀ ਜਿਹੜੀ ਸਕੈਟਰਿੰਗ ਦੀ ਪੋਸੀਬਿਲਿਟੀ ਹੁੰਦੀ ਹੈ। ਸੋ ਉਸ ਤੋਂ ਬਾਅਦ ਸੈਂਟਰਲੀ ਪੋਜ਼ਿਟਿਵਲੀ ਚਾਰਜ ਜਿਹੜਾ ਪਾਰਟ ਹੋਏਗਾ ਉਹਨੂੰ ਨਿਊਕਲੀਅਸ ਕਿਹਾ ਗਿਆ ਸੀਗਾ। ਜਿਹੜਾ ਨਿਊਕਲੀਅਸ ਹੈ ਉਹਦੇ ਵਿੱਚ ਪੋਜ਼ਿਟਿਵ ਚਾਰਜ ਹੋਏਗਾ, ਅਦਰਵਾਈਜ਼ ਰਿਪਲਸ਼ਨ ਪੋਸੀਬਲ ਹੀ ਨਹੀਂ ਹੈ ਕਿ ਅਲਫਾ ਪਾਰਟੀਕਲ ਨੂੰ ਰਿਪੈਲ ਕਰ ਪਾਏ। ਸੋ ਡਾਇਆਮੀਟਰ ਆਫ ਦੀ ਨਿਊਕਲੀਅਸ ਜਿਹੜਾ ਉਹਨੇ ਕੈਲਕੂਲੇਟ ਕੀਤਾ ਸੀ ਇਟ ਵਾਸ 10⁻15 ਮੀਟਰ ਦੇ ਬਰਾਬਰ ਸੀ। ਉਸ ਤੋਂ ਬਾਅਦ ਜਿਹੜਾ ਐਟਮ ਦਾ ਸਾਈਜ਼ ਮੇਜਰ ਕੀਤਾ ਗਿਆ ਸੀਗਾ ਦੈਟ ਵਾਸ 1 ਐਂਗਸਟ੍ਰੋਮ। ਸੋ ਡਿਫਰੈਂਟ ਸਾਇੰਟਿਸਟ ਸੀਗੇ ਜਿਨ੍ਹਾਂ ਨੇ ਇਹ ਕੰਮ ਕਰਨ ਦੀ ਕੋਸ਼ਿਸ਼ ਕੀਤੀ ਸੀ, ਉਹਨਾਂ ਵਿੱਚ ਰੁਦਰਫੋਰਡ ਇੱਕ ਸੀ ਜਿਹਨੇ ਕਾਫੀ ਸਕਸੈਸਫੁਲੀ ਇਹਨੂੰ ਮੇਜਰ ਕੀਤਾ ਸੀ। ਠੀਕ ਹੈ ਬੇਟਾ। ਸੋ ਉਸ ਤੋਂ ਬਾਅਦ ਇਹਦੇ ਵਿੱਚ ਕਾਫੀ ਜਿਹੜੀ ਨੈਕਸਟ ਚੀਜ਼ਾਂ ਆ ਜਾਂਦੀਆਂ ਕਿ ਡਿਸਟੈਂਸ ਆਫ ਨੀਅਰੈਸਟ ਅਪਰੋਚ ਆਫ ਅਲਫਾ ਪਾਰਟੀਕਲ ਟੂ ਦੀ ਨਿਊਕਲੀਅਸ। ਸੋ ਜਿਹੜਾ ਰੇਡੀਅਸ ਹੈ ਉਹਨੂੰ ਮੇਜਰ ਕੀਤਾ ਜਾਂਦਾ ਹੈ। ਸੋ ਅਟੋਮ ਜਿਹੜਾ ਨਿਊਕਲੀਅਰ ਰੇਡੀਅਸ ਹੈ ਉਹਨੂੰ ਮੇਜਰ ਕਰਨ ਦੇ ਲਈ ਕੀ ਕੀਤਾ ਹੈ, ਛੋਟੀ ਜਿਹੀ ਡਾਇਗਰਾਮ ਬਣਾਈ ਹੋਈ ਹੈ ਜਸਟ ਲਾਈਕ ਬੈਕ ਸਕੈਟਰਿੰਗ ਵੀ ਅਲਫਾ ਪਾਰਟੀਕਲ ਇਨਸੀਡੈਂਟ ਆਇਆ ਸੀ ਉਸ ਤੋਂ ਬਾਅਦ ਕੀ ਹੈ ਉਹ ਬੈਕ ਸਕੈਟਰਿੰਗ ਹੋ ਕੇ ਜਾਂਦਾ ਹੈ। ਸੋ ਜਿਸ ਪੁਆਇੰਟ ਤੋਂ ਰਿਫਲੈਕਟ ਹੋ ਕੇ ਜਾਂਦਾ ਹੈ ਉਹਨੂੰ ਆਪਾਂ ਡਿਸਟੈਂਸ ਆਫ ਨੀਅਰੈਸਟ ਅਪਰੋਚ ਕਹਿੰਦੇ ਹਾਂ ਕਿ ਇਸ ਤੋਂ ਜ਼ਿਆਦਾ ਨਿਊਕਲੀਅਸ ਦੇ ਨੇੜੇ ਕੋਈ ਵੀ ਪਾਰਟੀਕਲ ਨਹੀਂ ਜਾ ਪਾਏਗਾ। ਸੋ ਅਲਫਾ ਪਾਰਟੀਕਲ ਨਹੀਂ ਜਾ ਪਾਏਗਾ, ਸੋ ਉਹਨੂੰ ਆਪਾਂ ਡਿਸਟੈਂਸ ਆਫ ਨੀਅਰੈਸਟ ਅਪਰੋਚ ਜਾਂ R0 ਦਾ ਨਾਮ ਦੇ ਦਿੰਦੇ ਹਾਂ। ਸੋ ਇਹਦੇ ਵਿੱਚ ਕੀ ਹੋਏਗਾ ਆਪਾਂ ਨੂੰ ਫਾਈਂਡ ਆਊਟ ਕਰਨ ਦੇ ਲਈ ਕੀ ਚਾਹੀਦਾ, ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਅਲਫਾ ਪਾਰਟੀਕਲ ਦੀ ਸਟਾਰਟਿੰਗ એનર્ਜੀ ਕਿੰਨੀ ਹੈ। ਸਟਾਰਟਿੰਗ એનર્ਜੀ ਸਪੋਜ਼ ਕਰੋ ਆਪਣੀ ਇਨੀਸ਼ੀਅਲ ਵੈਲੋਸਿਟੀ u ਦੇ ਨਾਲ ਮੂਵ ਕਰ ਰਿਹਾ ਹੈ ਤਾਂ ਉਸ ਦੀ ਕੋਰਸਪੋਂਡਿੰਗ ਉਹਦੀ ਸਟਾਰਟਿੰਗ એનર્ਜੀ ਕਿੰਨੀ ਆ ਜਾਏਗੀ ਬੇਟਾ, ਕਾਈਨੈਟਿਕ એનર્ਜੀ ਹੋਏਗੀ। ਸੋ ਕਾਈਨੈਟਿਕ એનર્ਜੀ 1/2 mv² ਦੇ ਬਰਾਬਰ ਆ ਜਾਏਗੀ। ਉਸ ਤੋਂ ਬਾਅਦ ਆਪਣੇ ਕੋਲ ਜਿਹੜਾ ਅਲਫਾ ਪਾਰਟੀਕਲ ਹੈ ਜਿਸ ਤਰ੍ਹਾਂ ਮੂਵ ਕਰਦਾ ਜਾਏਗਾ ਨਿਊਕਲੀਅਸ ਦੀ ਰਿਪਲਸ਼ਨ ਦੇ ਕਰਕੇ ਉਹਦੀ ਜਿਹੜੀ ਕਾਈਨੈਟਿਕ એનર્ਜੀ ਘਟਦੀ ਜਾਏਗੀ ਐਂਡ ਅਲਟੀਮੇਟਲੀ ਜਦੋਂ ਨਿਊਕਲੀਅਸ ਦੇ ਬਿਲਕੁਲ ਕੋਲ ਪਹੁੰਚ ਜਾਏਗਾ, ਬਿਲਕੁਲ ਨੀਅਰ ਬਾय ਹੋਏਗਾ, ਉਸ ਕੇਸ ਦੇ ਵਿੱਚ ਅਲਫਾ ਪਾਰਟੀਕਲ ਆਲਮੋਸਟ ਸਟਾਪ ਹੋ ਜਾਏਗਾ ਐਂਡ ਉਸ ਪੁਆਇੰਟ ਦੇ ਉੱਪਰ ਕੀ ਹੋ ਜਾਏਗਾ ਬੇਟਾ ਸਿਰਫ ਤੇ ਸਿਰਫ ਕੂਲਮ ਰਿਪਲਸ਼ਨ ਹੀ ਕਾਊਂਟ ਹੋਏਗੀ ਐਂਡ ਇਟ ਵਿਲ ਬੀ ਇਨ ਦੀ ਫਾਰਮ ਆਫ ਏ ਪੋਟੈਂਸ਼ੀਅਲ એનર્ਜੀ। ਸੋ ਜਿਹੜੀ ਤੁਹਾਡੀ ਕਾਈਨੈਟਿਕ એનર્ਜੀ ਸੀ ਅਲਟੀਮੇਟਲੀ ਤੁਹਾਡੀ ਪੋਟੈਂਸ਼ੀਅਲ એનર્ਜੀ ਦੇ ਵਿੱਚ ਚੇਂਜ ਹੋ ਜਾਏਗੀ ਐਂਡ ਉਸ ਤੋਂ ਬਾਅਦ ਜਿਹੜਾ ਨਿਊਕਲੀਅਸ ਹੈ ਉਹ ਰਿਪਲਸ਼ਨ ਦੇ ਕਰਕੇ ਵਾਪਸ ਅਲਫਾ ਨਿਊਕਲੀਅਸ ਜਿਹੜਾ ਹੈ ਉਹ ਵਾਪਸ ਆ ਜਾਏਗਾ। ਸੋ ਜਿਹੜੀ ਕਾਈਨੈਟਿਕ એનર્ਜੀ ਹੈ ਇਟ ਸ਼ੁੱਡ ਬੀ ਆਫ ਦੀ ਆਰਡਰ ਆਫ ਪੋਟੈਂਸ਼ੀਅਲ એનર્ਜੀ ਐਟ ਦਿਸ ਪੁਆਇੰਟ। ਸੋ ਸਟਾਰਟਿੰਗ ਕਾਈਨੈਟਿਕ એનર્ਜੀ ਹੈ ਐਂਡ ਪੁਆਇੰਟ ਦੀ ਪੋਟੈਂਸ਼ੀਅਲ એનર્ਜੀ ਹੈ, ਸੋ ਬੋਥ ਸ਼ੁੱਡ ਬੀ ਇਕੁਏਟਡ। ਸੋ ਉਹਨੂੰ ਆਪਾਂ ਇਕੁਏਟ ਕਰਕੇ ਇਹਦਾ ਰਿਜ਼ਲਟ ਕੈਲਕੂਲੇਟ ਕਰ ਸਕਦੇ ਹਾਂ। ਸੋ ਕਾਈਨੈਟਿਕ એનર્ਜੀ ਕੀ ਹੈ ਬੇਟਾ ਆਪਣੇ ਕੋਲ ਪਤਾ ਦਿੱਤਾ ਹੈ ਦੈਟ ਇਜ਼ ਕੈਪੀਟਲ E। ਪੋਟੈਂਸ਼ੀਅਲ એનર્ਜੀ ਆਪਾਂ ਨੂੰ ਪਤਾ ਹੈ ਕਿ ਆਪਣੇ ਕੋਲ ਕੂਲਮ ਫੋਰਸ ਦੇ ਬਰਾਬਰ ਹੋਏਗੀ 1/4 ਨੋਟ ਕੂਲਮ ਫੋਰਸ ਉੱਥੋਂ ਆਏਗੀ। ਇਟ ਇਜ਼ ਡਿਪੈਂਡ ਜਿਹੜੀ ਪੋਟੈਂਸ਼ੀਅਲ એનર્ਜੀ ਹੈ 1/r ਤੇ ਡਿਪੈਂਡ ਕਰਦੀ ਹੈ, ਕੂਲਮ ਫੋਰਸ 1/r² ਦੇ ਉੱਪਰ ਡਿਪੈਂਡ ਕਰਦੀ ਹੈ। ਸੋ એનર્ਜੀ ਇਜ਼ ਇਕੁਅਲ ਟੂ 1/4πε0 ZE ਕੀ ਹੈ ਬੇਟਾ ਨਿਊਕਲੀਅਸ ਦਾ ਚਾਰਜ ਹੈ that is q1। दूसरा चार्ज कितना बेटा अल्फा पार्टिकल ਦੇ ਉੱਪਰ 2 यूनिट्स ऑफ पॉजिटिव चार्ज ਹੁੰਦਾ ਹੈ डिवाइडेड बाय r0 ਹੋਏਗਾ। ਉਸ ਤੋਂ ਬਾਅਦ ਜਿਹੜੀ એનર્ਜੀ ਹੈ 1/4πε0 ਇਹਨੂੰ ਆਪਾਂ ਸੌਰਟ ਆਊਟ ਕਰਕੇ ਲਿਖਿਆ ਹੋਇਆ 2 ਅੱਗੇ ਆ ਜਾਏਗਾ z E²r0 ਆ ਜਾਏਗਾ। ਉਸ ਤੋਂ ਬਾਅਦ ਕੀ ਹੈ ਆਪਾਂ r0 ਨੂੰ ਬਿਕੋਜ਼ ਆਪਾਂ ਡਿਸਟੈਂਸ ਕੱਢਣਾ ਹੈ ਇਸ ਕਰਕੇ r0 ਵਨ ਸਾਈਡ ਰੱਖਾਂਗੇ, ਬਾਕੀ ਸਾਰਾ ਪਾਰਟ ਦੂਸਰੀ ਸਾਈਡ ਲੈ ਜਾਵਾਂਗੇ। ਸੋ ਆਪਣੇ ਕੋਲ ਕਾਈਨੈਟਿਕ એનર્ਜੀ ਆਪਾਂ ਨੂੰ ਪਤਾ ਹੈ ਉਹ ਆਪਾਂ ਬੈਕ ਪੁੱਟ ਕਰ ਦਾਂਗੇ ਇਸ ਪੁਆਇੰਟ ਦੇ ਉੱਪਰ ਐਂਡ ਅਲਟੀਮੇਟਲੀ ਆਪਣੇ ਕੋਲ r0 ਦੀ ਵੈਲਿਊ ਆ ਜਾਏਗੀ। ਕੁਝ ਚੀਜ਼ਾਂ ਕੱਟੀਆਂ ਜਾਣਗੀਆਂ ਜਸਟ ਲਾਈਕ 4 ਇੱਥੇ ਕੈਂਸਲ ਹੋ ਗਿਆ, ਬਾਕੀ ਸਾਰੇ ਦਾ ਸਾਰਾ ਪਾਰਟ ਐਸ ਸੱਚ ਹੀ ਰਹੇਗਾ। ਸੋ ਇਹਦੇ ਵਿੱਚ ਕੀ ਹੋਏਗਾ ਆਪਣੇ ਕੋਲ डिस्टेंस ऑफ क्लोजेस्ट अप्रोच और ਆਪਾਂ ਨੂੰ ਨਿਊਕਲੀਅਸ ਦਾ ਡਾਇਆਮੀਟਰ ਵੀ ਕਹਿ ਸਕਦੇ ਹਾਂ। ਨਿਊਕਲੀਅਸ ਦਾ ਜਿਹੜਾ ਡਾਇਆਮੀਟਰ ਉੱਥੋਂ ਆਪਾਂ ਕੱਢ ਸਕਦੇ ਹਾਂ ਕਿ ਆਪਾਂ ਕਿੰਨਾ ਨਿਊਕਲੀਅਸ ਦੇ ਨੇੜੇ ਜਾ ਸਕਦੇ ਹਾਂ। ਤੋਂ ਸਫੀਅਰ ਆਫ ਇਨਫਲੂਐਂਸ ਉਹਦਾ ਕੈਲਕੂਲੇਟ ਹੋ ਜਾਂਦਾ ਹੈ।
ਹੁਣ दूसरी चीज सी कि रुदरफोर्ड ने कैलकुलेट किया सीगा ਹੁਣ ਜਿਹੜਾ ਥਾਮਸਨ ਨੇ ਮਾਡਲ ਦਿੱਤਾ ਸੀਗਾ that was pudding model ਵੀ ਤੁਹਾਡਾ ਪੋਜ਼ਿਟਿਵ ਚਾਰਜ ਜਿਹੜਾ ਐਟਮ ਦੇ ਵਿੱਚ ਖਿਲਰਿਆ ਹੋਇਆ ਇਲੈਕਟ੍ਰੋਨ ਦੇ ਵਿੱਚ ਐਮਬੈਡ ਕੀਤੇ ਹੋਏ ਆ ਸੋ ਇਹ ਜਿਹੜਾ ਨਿਊਕਲੀਅਸ ਦਾ ਮਾਡਲ ਜਿਹੜਾ ਸਟਾਰਟਿੰਗ ਵਿੱਚ ਦਿੱਤਾ ਗਿਆ ਸੀਗਾ ਜਿਸ ਵੇਲੇ ਨਿਊਟਰੋਨ ਦੀ डिस्कवरी नहीं हुई सी बाय चैडविक इन 1932 उस वेले जेड़ा मॉडल प्रेवलेंट सीगा दैट वाज प्रोटॉन इलेक्ट्रॉन थ्योरी सो दो न्यूक्लियस दी दो थ्योरीज बणियां सी एक वन वाज इलेक्ट्रॉन प्रोटॉन थ्योरी एंड सेकंड वाज प्रोटॉन एंड न्यूट्रॉन थ्योरी सो बिकॉज अपन को ऑलरेडी पता है काफी चीजें पता लग जाती हैं इस करके प्रोटॉन एंड न्यूट्रॉन थ्योरी अपन स्टार्टिंग में डिस्कस कर चुके हैं ਇਹ ਕਿਉਂ ਸਕਸੈਸਫੁਲ ਸੀ ਇਹਦੇ ਵਿੱਚ ਕਾਫੀ ਜ਼ਿਆਦਾ ਜਿਹੜੀਆਂ ਪ੍ਰੋਬਲਮ ਸੀਗੀਆਂ ਉਹ ਹੈਂਡਲ ਹੋ ਗਈਆਂ ਸੀ ਜਿਹੜੀਆਂ ਪ੍ਰੋਟੋਨ ਐਂਡ ਇਲੈਕਟ੍ਰੋਨ ਥਿਊਰੀ ਦੇ ਵਿੱਚ ਆਈਆਂ ਸੀਗੀਆਂ ਸੋ ਪ੍ਰੋਟੋਨ ਇਲੈਕਟ੍ਰੋਨ ਥਿਊਰੀ ਨੂੰ ਅਗਰ ਆਪਾਂ ਬਣਾ ਕੇ ਦੇਖੀਏ ਕਿ ਅਗਰ ਇਹ ਨਿਊਕਲੀਅਸ ਦੀ ਥਿਊਰੀ ਬਣਦੀ ਹੈ ਤਾਂ ਇਹਦੇ ਵਿੱਚ ਕੀ ਕੀ ਫੈਕਟਸ ਹੋਣਗੇ ਐਂਡ ਕੀ ਕੀ ਡੈਫੀਸ਼ੀਐਂਸੀਜ਼ ਹੋਣਗੀਆਂ ਆਪਾਂ ਚੈੱਕ ਕਰ ਸਕਦੇ ਹਾਂ ਸੋ ਪ੍ਰੋਟੋਨ ਇਲੈਕਟ੍ਰੋਨ ਥਿਊਰੀ ਨੂੰ ਸਪੋਰਟ ਕਰਨ ਦੇ ਲਈ ਕਿਹੜੇ ਕਿਹੜੇ ਫੈਕਟਸ ਹੈਗੇ ਆ ਸੋ ਇਲੈਕਟ੍ਰੋਨ ਵਾਸ ਇਮਿਟਡ ਬਾਈ ਰੇਡੀਓਐਕਟਿਵ ਨਿਊਕਲੀਆਈ ਇਨ ਬੀਟਾ ਡਿਕੇ ਪ੍ਰੋਸੈਸ ਹੁਣ ਜਿਹੜਾ ਨਿਊਕਲੀਅਸ ਹੈ ਨਿਊਕਲੀਅਸ ਬੀਟਾ ਡਿਕੇ ਮਤਲਬ ਕਿ ਇਲੈਕਟ੍ਰੋਨ ਇਮਿਟ ਕਰਦਾ ਹੈ ਹੁਣ ਇਲੈਕਟ੍ਰੋਨ ਅਗਰ ਨਿਊਕਲੀਅਸ ਦੇ ਅੰਦਰ ਹੋਣਗੇ ਤਾਂ ਇਮਿਟ ਹੋਣਗੇ ਇਸ ਕਰਕੇ ਕੀ ਹੋਏਗਾ इलेक्ट्रॉन may be a part of the nucleus इस करके प्रोटॉन एंड इलेक्ट्रॉन थ्योरी में भी राइट दूसरी चीज सी मास स्पेक्ट्रम ਜਿਹੜਾ ਐਕਸਪੈਰੀਮੈਂਟ ਕੀਤੇ ਗਿਆ ਸੀ ਮਾਸ ਸਪੈਕਟ੍ਰੋਮੀਟਰ ਇੱਕ ਡਿਵਾਈਸ ਹੁੰਦਾ ਹੈ ਜਿਹਦੇ ਨਾਲ ਤੁਸੀਂ ਉਹਦਾ ਮਾਸ ਫਾਈਂਡ ਆਊਟ ਕਰ ਸਕਦੇ ਹੋ so it was find out that masses of different nuclei were whole number multiple of mass number of hydrogen so hydrogen ਦੇ ਮਾਸ ਦੇ ਮਲਟੀਪਲ ਦੇ ਵਿੱਚ ਸਾਰੇ ਜਿਹੜੇ ਨਿਊਕਲੀਆਈ ਸੀਗੇ ਉਹਨਾਂ ਦਾ ਮਾਸ ਆ ਰਿਹਾ ਸੀ ਸੋ ਜਸਟ ਲਾਈਕ ਇਹਨੂੰ ਹਾਈਡਰੋਜਨ ਨੂੰ ਅਗਰ ਆਪਾਂ ਪ੍ਰੋਟੋਨ ਮੰਨ ਲਈਏ ਤਾਂ ਨੰਬਰ ਆਫ ਪ੍ਰੋਟੋਨਸ ਇਨਸਾਈਡ ਯੂਰੇਨੀਅਮ ਕਿੰਨੇ ਹੋ ਗਏ ਬੇਟਾ 92 ਔਰ ਉਸ ਤੋਂ ਬਾਅਦ ਅਗਰ ਆਪਾਂ ਟਾਈਟੇਨੀਅਮ ਕਰ ਲਈਏ ਤਾਂ 22 तो सारे प्रोटोन ਦਾ ਮਲਟੀਪਲ ਸੀ ਸੋ ਇਟ ਵਾਸ ਜਸਟ ਲਾਈਕ 22 ਮਲਟੀਪਲਾਈਡ ਬਾਈ 1 ਸੋ ਇਸ ਤਰ੍ਹਾਂ ਦਾ ਕਨਸੈਪਟ ਆ ਰਿਹਾ ਸੀ ਸੋ ਇਹਦੇ ਵਿੱਚ ਕੀ ਕਹਿ ਰਹੇ ਸੀਗੇ ਸੀ ਨਿਊਕਲੀਅਸ ਹਾਈਡਰੋਜਨ ਵਾਸ ਗਿਵਨ ਦੀ ਨੇਮ ਆਫ ਦੀ ਪ੍ਰੋਟੋਨ ਐਂਡ ਸਲਾਈਟ ਚੇਂजेस ਫਰਮ ਹੋਲ ਨੰਬਰ ਵਾਸ ਐਕਸਪਲੇਨਡ ਬਾਈ ਦੀ ਪ੍ਰੈਜ਼ੈਂਸ ਆਫ 2 ਔਰ ਮੋਰ ਆਈਸੋਟੋਪਸ ਸੋ ਮਾਸ ਸਪੈਕਟਰਮ ਦੇ ਵਿੱਚ ਦੇਖਿਆ ਗਿਆ ਸੀਗਾ ਕਿ ਹੋਲ ਨੰਬਰ ਤੋਂ ਥੋੜੀ ਜਿਹੀ ਜਿਹੜੀ ਡੈਵੀਏਸ਼ਨ ਹੋ ਰਹੀ ਸੀ ਉਹਨੂੰ ਆਪਾਂ ਕਿਸੇ ਨਾਲ ਡਿਨੋਟ ਕਰ ਸਕਦੇ ਹਾਂ ਆਈਸੋਟੋਪਿਕ ਮਾਸ ਦੇ ਨਾਲ ਜਿਸ ਤਰ੍ਹਾਂ ਆਕਸੀਜਨ 16 ਹੁੰਦਾ ਹੈ ਆਕਸੀਜਨ 17 ਹੁੰਦਾ ਹੈ 15 ਵੀ ਹੁੰਦਾ ਹੈ ਸੋਡੀਅਮ 22 ਵੀ ਹੁੰਦਾ ਹੈ ਸੋਡੀਅਮ 23 ਵੀ ਹੁੰਦਾ ਹੈ ਸੋ ਇਹ ਸਾਰੀਆਂ ਸਪੈਕੂਲੇਸ਼ਨਸ ਜਿਹੜੀਆਂ ਉੱਥੋਂ ਕਾਊਂਟਰ ਕੀਤੀਆਂ ਜਾ ਸਕਦੀਆਂ ਸੀ ਸੋ ਦਿਸ ਆਬਜ਼ਰਵੇਸ਼ਨ ਕਨਫਰਮ ਦੀ ਪ੍ਰੈਜ਼ੈਂਸ ਆਫ ਪ੍ਰੋਟੋਨ ਇਨਸਾਈਡ ਦੀ ਨਿਊਕਲੀਅਸ ਸੋ ਇਤੋਂ ਆਪਾਂ ਨੂੰ ਪਤਾ ਲੱਗ ਗਿਆ ਕਿ ਨਿਊਕਲੀਅਸ ਦੇ ਅੰਦਰ ਪ੍ਰੋਟੋਨ ਹੋਣੇ ਹੀ ਚਾਹੀਦੇ ਨੇ ਸੋ ਇਹਦੇ ਵਿੱਚ ਇਸ ਕਰਕੇ ਆਪਾਂ ਨੂੰ ਸਪੋਰਟ ਕਰਦੇ ਸੀਗੇ ਕਿ ਇਲੈਕਟ੍ਰੋਨ ਐਂਡ ਪ੍ਰੋਟੋਨ ਥਿਊਰੀ ਨਿਊਕਲੀਅਸ ਦੀ ਥਿਊਰੀ ਨੂੰ ਹੋ ਸਕਦੀ ਹੈ ਜਿਸ ਤਰ੍ਹਾਂ ਫਲੈਟ ਅਰਥ ਸੋਸਾਇਟੀ ਵੀ ਹੈਗੀ ਹੈ ਕਈ ਲੋਕ ਅਜੇ ਵੀ ਮੰਨਦੇ ਆ ਕਿ ਜਿਹੜੀ ਅਰਥ ਹੈ ਉਹ ਫਲੈਟ ਹੈਗੀ ਹੈ ਸੋ ਅਜੇ ਤੱਕ ਹੋ ਸਕਦਾ ਕਿਤੇ ਨਾ ਕਿਤੇ ਦੁਨੀਆ ਦੇ ਕਿਸੇ ਨਾ ਕਿਸੇ ਕੋਨੇ ਵਿੱਚ ਲੋਕ ਬੈਠੇ ਹੋਣ ਪ੍ਰੋਟੋਨ ਇਲੈਕਟ੍ਰੋਨ ਥਿਊਰੀ ਵਾਲੇ ਲੇਕਿਨ ਉਹ ਚੀਜ਼ ਹੁਣ ਆਬਸੋਲੀਟ ਹੋ ਚੁੱਕੀ ਹੈ ਬਿਕੋਜ਼ ਬਹੁਤ ਜ਼ਿਆਦਾ ਐਕਸਪੈਰੀਮੈਂਟਲ ਵੈਰੀਫਿਕੇਸ਼ਨ ਹੋ ਚੁੱਕੀ ਹੈ ਸੋ ਹਾਊਐਵਰ there are several strong reasons why which rule out the possibility of the existence of electrons as semi permanent nuclear particles so ਕਾਫੀ ਸਾਰੀਆਂ ਜਿਹੜੇ possibilities ਜਿਹੜੀਆਂ ਉਹਨਾਂ ਨੇ ਪ੍ਰੈਡਿਕਟ ਕੀਤੀਆਂ ਸੀ ਉਹਨਾਂ ਨੂੰ ਰੂਲ ਆਊਟ ਕਿਸ ਤਰ੍ਹਾਂ ਕੀਤਾ ਗਿਆ ਹੈ ਸੋ ਫੇਲਿਅਰ ਆਫ ਪ੍ਰੋਟੋਨ ਇਲੈਕਟ੍ਰੋਨ ਥਿਊਰੀ ਪਹਿਲੀ ਗੱਲ ਹੈ ਵੇਵ ਮਕੈਨੀਕਲ ਕੰਸੀਡਰੇਸ਼ਨ ਸੋ ਅਗਰ ਜਿਹੜਾ ਇਲੈਕਟ੍ਰੋਨ ਹੈ ਇਲੈਕਟ੍ਰੋਨ ਨਿਊਕਲੀਅਸ ਦੇ ਅੰਦਰ ਐਗਜ਼ਿਸਟ ਕਰੇਗਾ ਤਾਂ ਉਸ ਕੇਸ ਕਰਕੇ ਕੀ ਹੋਏਗਾ ਤਾਂ ਉਹਦੇ ਜਿਹੜਾ ਡਾਇਆਮੀਟਰ ਹੈ ਉਹਦੇ ਬਰਾਬਰ ਹੀ ਉਹਦੀ ਅਨਸਰਟੇਨਿਟੀ ਹੋਣੀ ਚਾਹੀਦੀ ਹੈ ਪੋਜੀਸ਼ਨ ਦੇ ਵਿੱਚ ਸੋ ਜਿਹੜਾ ਇਲੈਕਟ੍ਰੋਨ ਹੈ ਉਹ ਨਿਊਕਲੀਅਸ ਦੇ ਅੰਦਰ ਐਗਜ਼ਿਸਟ ਤਾਂ ਕਰੇਗਾ ਅਗਰ ਉਹਦੀ ਡਾਇਆਮੀਟਰ ਦੇ ਵਿੱਚ ਹੀ ਰਹੇਗਾ ਸੋ ਅਨਸਰਟੇਨਿਟੀ ਇਨ ਪੋਜੀਸ਼ਨ ਇਟ ਵਿਲ ਬੀ 2 × 10⁻14 ਮੀਟਰ ਦੇ ਬਰਾਬਰ ਹੋ ਜਾਏਗੀ ਸੋ ਅਗਰ ਡੈਲਟਾ ਐਕਸ ਆਪਾਂ ਨੂੰ ਪਤਾ ਹੈ ਤਾਂ ਡੈਲਟਾ ਪੀ ਕੱਢਣਾ ਕੋਈ ਪ੍ਰੋਬਲਮ ਨਹੀਂ ਹੈ ਅਨਸਰਟੇਨਿਟੀ ਪ੍ਰਿੰਸੀਪਲ ਆਪਾਂ ਲਗਾਵਾਂਗੇ h ਕ੍ਰਾਸ ਦੀ ਵੈਲਿਊ ਆਪਾਂ ਨੂੰ ਪਤਾ ਹੈ 1.05 × 10⁻34 ਹੋ ਜਾਏਗਾ ਡਿਵਾਈਡਡ ਬਾਈ ਡੈਲਟਾ ਐਕਸ ਆਪਣੇ ਕੋਲ ਆ ਜਾਏਗਾ ਬੇਟਾ ਪੋਜੀਸ਼ਨ ਦੀ ਅਨਸਰਟੇਨਿਟੀ ਇਹਦੀ ਵੈਲਿਊਜ਼ ਵਗੈਰਾ ਫਿਲ ਕਰੋਗੇ ਅਲਟੀਮੇਟਲੀ ਜਿਹੜੀ ਆਇਨਸਟਾਈਨ ਦੀ ਇਕੁਏਸ਼ਨ ਹੈ E = p² c² + m0² c4 ਮਾਸ ਆਫ ਦੀ ਇਲੈਕਟ੍ਰੋਨ m0 ਕੀ ਹੈ ਬੇਟਾ 0.5 MeV ਹੁੰਦਾ ਹੈ ਬਹੁਤ ਥੋੜਾ ਮਾਸ ਹੁੰਦਾ ਹੈ ਇਸ ਕਰਕੇ ਇਲੈਕਟ੍ਰੋਨ ਨੂੰ ਐਕਸੀਲਰੇਟ ਕਰਨਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਉਹਦੇ ਲਈ ਸਿੰਕਰੋਟ੍ਰੋਨ ਬਣਾਉਣੇ ਪੈਂਦੇ ਆ ਲੇਕਿਨ ਆਪਾਂ ਇੱਥੇ ਜਿਹੜਾ ਕੰਸੈਪਟ ਹੈ ਆਪਾਂ ਅਗਰ ਆਪਾਂ ਡਿਸਕਸ ਕਰੀਏ ਤਾਂ m0 ਜਿਹੜਾ ਬਹੁਤ ਸਮਾਲ ਹੋਣ ਕਰਕੇ ਇਹ ਵਾਲਾ ਜਿਹੜਾ ਫੈਕਟਰ ਹੈ ਬਹੁਤ ਸਮੋਲ ਛੋਟਾ ਹੋ ਜਾਂਦਾ ਹੈ ਇਸ ਕਰਕੇ ਆਪਾਂ ਸਿਰਫ ਤੇ ਸਿਰਫ ਅਪਰੋਕਸੀਮੇਟਲੀ E = PC ਵੀ ਲੈ ਸਕਦੇ ਹਾਂ ਬਿਕੋਜ਼ ਸਕੁਅਰ ਦੇ ਨਾਲ ਸਕੁਅਰ ਰੂਟ ਕੈਂਸਲ ਹੋ ਜਾਂਦਾ ਹੈ ਸੋ E = PC ਅਗਰ ਆਪਾਂ ਰਫਲੀ ਲਿਖੀਏ ਤਾਂ ਅਪਰੋਕਸੀਮੇਟਲੀ ਆਪਣੇ ਕੋਲ ਜਿਹੜਾ એનર્ਜੀ ਦਾ ਫੈਕਟਰ ਆਏਗਾ ਇਲੈਕਟ੍ਰੋਨ ਦੀ એનર્ਜੀ ਇਨਸਾਈਡ ਦੀ ਨਿਊਕਲੀਅਸ ਆਏਗੀ that will of the order of 10 MeV ਦੇ ਬਰਾਬਰ ਹੋ ਜਾਏਗਾ ਲੇਕਿਨ ਇਹਦਾ ਮਤਲਬ ਇਹ ਹੋਇਆ ਕਿ ਅਗਰ ਇਲੈਕਟ੍ਰੋਨ ਨਿਊਕਲੀਅਸ ਦੇ ਅੰਦਰ ਐਗਜ਼ਿਸਟ ਕਰਦਾ ਹੈ ਤਾਂ ਇਹਦੀ એનર્ਜੀ ਜਿਹੜੀ 10 MeV ਦੇ ਬਰਾਬਰ ਹੋਣੀ ਚਾਹੀਦੀ ਹੈ however ਅਗਰ ਨਿਊਕਲੀਅਸ ਵਿੱਚੋਂ ਇਲੈਕਟ੍ਰੋਨ ਜਿਹੜੇ ਬਾਹਰ ਆਉਂਦੇ ਬੀਟਾ ਡਿਕੇ ਦੇ ਨਾਲ ਤਾਂ ਉਹਦੀ ਅਗਰ ਆਪਾਂ એનર્ਜੀ ਮੇਜਰ ਕਰੀਏ ਤਾਂ ਉਹਦੇ ਵਿੱਚੋਂ ਸਿਰਫ 3 to 4 MeV ਦੇ ਇਲੈਕਟ੍ਰੋਨਸ ਹੀ ਬਾਹਰ ਆਉਂਦੇ ਨੇ ਲੇਕਿਨ ਇਸ ਕਰਕੇ ਆਪਾਂ ਨੂੰ ਕਿਆ ਚੈੱਕ ਕਰ ਸਕਦੇ ਹਾਂ ਕਿ ਜਿਹੜੀ ਨਿਊਕਲੀਅਸ ਦੀ ਥਿਊਰੀ ਪ੍ਰੈਡਿਕਟ ਕੀਤੀ ਗਈ ਹੈ ਇਲੈਕਟ੍ਰੋਨ ਐਂਡ ਪ੍ਰੋਟੋਨ ਥਿਊਰੀ ਵਾਲੀ ਉਹਦੇ ਅਕੋਰਡਿੰਗ ਜਿਹੜਾ 10 MeV ਦਾ ਇਲੈਕਟ੍ਰੋਨ ਬਾਹਰ ਆਉਣਾ ਚਾਹੀਦਾ ਉਹ ਕਨਸੈਪਟ ਸਹੀ ਨਹੀਂ ਹੈ ਐਂਡ ਇਲੈਕਟ੍ਰੋਨ ਕੈਨ ਨਾਟ ਐਗਜ਼ਿਸਟ ਇਨਸਾਈਡ ਦਾ ਨਿਊਕਲੀਅਸ ਸੋ ਇਲੈਕਟ੍ਰੋਨ ਨਿਊਕਲੀਅਸ ਦੇ ਅੰਦਰ ਐਗਜ਼ਿਸਟ ਨਹੀਂ ਕਰ ਸਕਦੇ ਇੰਨੀ એનર્ਜੀ ਦੇ ਨਾਲ ਸੋ न्यूक्लियस स्पिन दूसरा कंसेप्ट है बेटा
ਨਿਊਕਲੀਅਸ ਸਪਿਨ ਦਾ ਕਨਸੈਪਟ ਇਹ ਹੈ ਕਿ ਅਗਰ ਤੁਹਾਡੇ ਕੋਲ ਈਵਨ ਸਪਿਨ ਹੈਗੀ ਹੈ, ਟੋਟਲ ਨੰਬਰ ਆਫ ਨਿਊਕਲੀਅਸ ਈਵਨ ਹੈ, ਤਾਂ ਟੋਟਲ ਸਪਿਨ ਕਿੰਨੀ ਹੋਗੀ ਬੇਟਾ ਆਪਣੇ ਕੋਲ ਈਵਨ ਹੋਗੀ, ਇੰਟੈਗਰਲ ਮਲਟੀਪਲ ਹੋਗੀ, ਬਿਕੋਜ਼ ਜਿਹੜੇ ਨਿਊਕਲੀਅਨਸ ਹੈ ਉਹ ਫਰਮੀਅਨਸ ਦੇ ਬਰਾਬਰ ਹੁੰਦੇ, ਫਰਮੀਅਨਸ ਹੁੰਦੇ ਐਂਡ ਸਪਿਨ ਹਾਫ ਪਾਰਟੀਕਲ ਹੁੰਦੇ। ਸੋ ਇਹ ਨਾਈਟ੍ਰੋਜਨ ਦਾ ਕੇਸ ਲੈ ਲਈਏ ਤਾਂ ਇਹਦੇ ਵਿੱਚ ਨੰਬਰ ਆਫ ਪ੍ਰੋਟੋਨਸ ਕਿੰਨੇ ਹੋ ਗਏ ਬੇਟਾ 7, ਨੀਚੇ ਲਿਖਿਆ ਹੋਇਆ। ਨੰਬਰ ਆਫ ਨਿਊਟਰੋਨ ਕਿੰਨੇ ਹੋ ਗਏ ਬੇਟਾ, ਟੋਟਲ ਨੰਬਰ ਨਿਊਕਲੀਅਸ ਕਿੰਨੇ 14, ਵਿੱਚੋਂ ਪ੍ਰੋਟੋਨ ਕਿੰਨੇ ਹੋ ਗਏ 7 ਐਂਡ ਬਾਕੀ ਕਿੰਨੇ ਬਚੇ ਬੇਟਾ 7। ਸੋ ਅਗਰ ਆਪਾਂ ਇਲੈਕਟ੍ਰੋਨ ਕਾਊਂਟ ਕਰਕੇ ਚੱਲੀਏ ਕਿ ਪ੍ਰੋਟੋਨ ਐਂਡ ਇਲੈਕਟ੍ਰੋਨ ਥਿਊਰੀ ਹੈ ਤਾਂ ਉਹਦੇ ਵਿੱਚ ਕੀ ਹੈ, ਨਿਊਕਲੀਅਸ ਦੇ ਅੰਦਰ ਇਲੈਕਟ੍ਰੋਨ ਐਂਡ ਪ੍ਰੋਟੋਨ ਹੀ ਹੋਣਗੇ। ਸੋ ਨੰਬਰ ਆਫ 7 ਇਲੈਕਟ੍ਰੋਨਸ ਕਿੰਨੇ ਹੋ ਗਏ ਬੇਟਾ ਨਿਊਕਲੀਅਸ ਅੰਦਰ, ਇਹਨਾਂ ਦੀ ਸਪਿਨ ਕਿੰਨੀ ਹੋਗੀ 7 ਹਾਫ ਐਂਡ 7 ਹਾਫ ਇਨਸਾਈਡ ਦੀ ਨਿਊਕਲੀਅਸ। लेकिन हुण बाहर भी तो प्रोटोन इलेक्ट्रॉन होने चाहिए है, बिकॉज न्यूक्लियस के अंदर की हो गया बेटा टोटल अपने को पौधे अपने करा के न्यूक्लियस ਨੂੰ न्यूट्रल भी एटम ਨੂੰ न्यूट्रल भी करना है, इस करके एटॉमिक ओरिजिन ਦੇ ਜਿਹੜੇ ਇਲੈਕਟ੍ਰੋਨ ਹੋਣਗੇ ਉਹ ਬਾਹਰ मूव ਕਰਨਗੇ। ਹੁਣ एटॉमिक ओरिजिन ਦੇ ਜਿਹੜੇ ਇਲੈਕਟ੍ਰੋਨ ਹੈ ਉਹ ਵੀ ਫਰਮੀਅਨ ਹੈ, ਇਸ ਕਰਕੇ 7 ਹਾਫ ਇੱਥੇ ਵੀ ਆਏਗਾ। ਸੋ एटॉमिक इलेक्ट्रॉन, न्यूक्लियर इलेक्ट्रॉन एंड न्यूक्लियर प्रोटॉन ਇਹਨਾਂ ਸਾਰਿਆਂ ਨੂੰ ਮਿਕਸ ਕਰੀਏ ਤਾਂ 21 ਹਾਫ ਡਿਵਾਈਡ 21 ਡਿਵਾਈਡਡ ਬਾਈ 2 ਦਾ ਫੈਕਟਰ ਆਏਗਾ ਟੋਟਲ ਸਪਿਨ ਦਾ। ਲੇਕਿਨ ਆਪਾਂ ਨੂੰ ਪਤਾ ਹੈ ਕਿ ਅਗਰ ਆਪਣੇ ਕੋਲ ਦੇਖਿਆ ਗਿਆ ਹੈ ਕਿ ਅਗਰ ਨਿਊਕਲੀਅਸ ਨੰਬਰ ਆਫ ਨਿਊਕਲੀਅਸ ਤੁਹਾਡੇ ਈਵਨ ਹੈ ਤਾਂ ਉਹਦੇ ਕੋਰਸਪੋਂਡਿੰਗਲੀ ਤੁਹਾਡੇ ਕੋਲ ਸਪਿਨ ਇੰਟੈਗਰਲ ਬਣਦੀ ਹੈ। ਅਗਰ ਤੁਹਾਡੇ ਕੋਲ ਨੰਬਰ ਆਫ ਨਿਊਕਲੀਅਸ ਔਡ ਨੰਬਰ ਹੈ ਤਾਂ ਉਸ ਕੇਸ ਦੇ ਵਿੱਚ ਤੁਹਾਡੇ ਕੋਲ ਜਿਹੜੀ ਸਪਿਨ ਹੈ ਉਹ ਸਪਿਨ ਹਾਫ ਬਣਦੀ ਹੈ, ਸਪਿਨ 1/2 ਦਾ ਫੈਕਟਰ ਆਉਂਦਾ ਹੈ। ਸੋ ਇਸ ਕਰਕੇ ਇਹ ਥਿਊਰੀ ਕਰੈਕਟ ਨਹੀਂ ਹੁੰਦੀ। ਸੋ ਦਿਸ ਇਜ਼ ਸੀਰੀਅਸ ਵਾਇਓਲੇਸ਼ਨ ਆਫ ਦੀ ਰਿਕਗਨਾਈਜ਼ਡ ਪ੍ਰਿੰਸੀਪਲ that nuclei with odd mass number should have half integral spin and those with even mass number should have इंटैग्रल स्पिन। सो ये चीज़ां वायलेट कर दी है। तो नाइट्रोजन के कंसैप्ट में काफ़ी ज़्यादा एक्सपेरिमेंट परफॉर्म किए गए सी एंड ये चीज़ां आइडेंटिफाई हो चुकी है। उस तो बाद न्यूक्लियर मैग्नेटिक मूवमेंट है। तो हुण आपां नूं पता है कि न्यूक्लियर मैग्नेटिक मूवमेंट इनवर्सली प्रोपोर्शनल होंदी है बेटा। लास्ट टाइम आपां डिस्कस कीता सी कि इट इज मैग्नेटिक मूवमेंट इज इनवर्सली प्रोपोर्शनल टू दी मास। हुण इलेक्ट्रॉन दा मास घट होएगा तो ओदी मैग्नेटिक मूवमेंट ज़्यादा होएगी। सो इट इज ऑलमोस्ट 2000 टाइम्स लार्जर दैन दी प्रोटॉन, बिकॉज इलेक्ट्रॉन दा मास 2000 गुना घट हुंदा है प्रोटॉन तो। सो इसी करके की होएगा कि इनवर्सली प्रोपोर्शनल है तो न्यूट्रॉन दी जिहड़ी इलेक्ट्रॉन दी मैग्नेटिक मूवमेंट है वो 2000 गुना ज़्यादा होएगी प्रोटॉन नालों। सो इफ इलेक्ट्रॉन एग्जिस्ट इनसाइड द न्यूक्लियस तां की होएगा, मैग्नेटिक मूवमेंट ऑफ इलेक्ट्रॉन विल डोमिनेट, बट इट हैज बीन फाउंड एक्सपेरिमेंटली दैट मैग्नेटिक मूवमेंट ऑफ न्यूक्लियस इज वेरी स्मॉलर एंड मैग्नेटिक मूवमेंट ऑफ द इलेक्ट्रॉन। सो इलेक्ट्रॉन की जिहड़ी न्यूक्लियस की मैग्नेटिक मूवमेंट है उसकी वैल्यू इतनी ज़्यादा नहीं है कि आपां नूं काउंटर कर सकिए इलेक्ट्रॉन के नाल। सो अगर आप न्यूक्लियस की मैग्नेटिक मूवमेंट काफ़ी ज़्यादा होंदी तो आपां कहंदे कि इलेक्ट्रॉन करके अगर बहुत ज़्यादा घट आ रही है, इस करके आप कह सकते हैं कि इलेक्ट्रॉन्स के करके जिहड़ी मैग्नेटिक मूवमेंट है एग्जिस्ट नहीं कर सकती, तो इलेक्ट्रॉन न्यूक्लियस अंदर एग्जिस्ट नहीं करनगे। सो काइंडली अपने माइक्स वगैरह म्यूट करो बेटा। सो फाइनाइट साइज ऑफ द एटम। सो अगर इन केस ऑफ हैवी एटम्स अगर एग्जिस्ट करते हैं, हैवी एटम्स ਦੀ ਗੱਲ ਕਰਕੇ ਕੀ ਹੋਏਗਾ, हैवी एटम्स ਜਿਸ ਤਰ੍ਹਾਂ यूरेनियम ਆਪਾਂ ਲੈ ਲਈਏ 92 यूरेनियम ਦਾ ਐਟੋਮਿਕ ਨੰਬਰ ਹੋਏਗਾ। ਉਸ ਕੇਸ ਦੇ ਵਿੱਚ ਅਗਰ ਆਪਣੇ ਕੋਲ ਕੀ ਹੋ ਜਾਏਗਾ, ਉਹਦੇ ਵਿੱਚ ਜਿਹੜੇ ਨੰਬਰ ਆਫ ਜਿਹੜਾ ਮਾਸ ਨੰਬਰ ਹੈ ਉਹ 235 ਵੀ ਲੈ ਲਈਏ ਤਾਂ ਉਸ ਕੇਸ ਦੇ ਵਿੱਚ ਇਲੈਕਟ੍ਰੋਨਸ ਬਹੁਤ ਜ਼ਿਆਦਾ ਹੋ ਜਾਣਗੇ। ਸੋ ਨੰਬਰ ਆਫ ਪ੍ਰੋਟੋਨਸ ਤਾਂ 92 ਹੋ ਗਏ ਐਂਡ ਜਿਹੜੇ ਇਲੈਕਟ੍ਰੋਨਸ ਹੋ ਗਏ ਬਹੁਤ ਜ਼ਿਆਦਾ ਹੋ ਗਏ। ਸੋ ਇੰਨੇ ਨੰਬਰ ਆਫ ਇਲੈਕਟ੍ਰੋਨਸ ਨੂੰ ਨਿਊਕਲੀਅਸ ਦੇ ਅੰਦਰ ਰਿਕਵਰ ਕਰਨਾ, ਅਕੋਮੋਡੇਟ ਕਰਨਾ ਬਹੁਤ ਮੁਸ਼ਕਿਲ ਹੋ ਜਾਏਗਾ। ਕੂਲਮ ਰਿਪਲਸ਼ਨ ਹੀ ਇੰਨੀ ਜ਼ਿਆਦਾ ਹੋ ਜਾਏਗੀ ਕਿ ਫਾਈਨਾਈਟ ਸਾਈਜ਼ ਆਫ ਦੀ ਐਟਮ ਇਹਦੇ ਵਿੱਚ ਐਗਜ਼ਿਸਟ ਨਹੀਂ ਕਰ ਸਕੇਗਾ, ਸਟੇਬਿਲਿਟੀ ਨਹੀਂ ਰਹੇਗੀ। ਉਸ ਤੋਂ ਬਾਅਦ ਵੇਵਲੈਂਥ ਹੈ। wave mechanics determines the wavelength of electron larger than the major dimensions of the nucleus, because nucleus ਦੀ ਜਿਹੜੀ ਹੈ ਸੌਰੀ ਆਪਾਂ ਨੂੰ ਪਤਾ ਹੈ ਕਿ ਡੀ ਬ੍ਰੋਗਲੀ ਪ੍ਰਿੰਸੀਪਲ ਤੋਂ ਆਪਾਂ ਨੂੰ ਪਤਾ ਹੈ ਕਿ ਲੈਮਡਾ ਇਜ਼ ਇਕੁਅਲ ਟੂ h ਕ੍ਰਾਸ ਡਿਵਾਈਡਡ ਬਾਈ p ਦੇ ਬਰਾਬਰ ਹੁੰਦਾ ਹੈ। ਸੋ ਅਗਰ ਇਲੈਕਟ੍ਰੋਨ ਦਾ ਮਾਸ ਬਹੁਤ ਜ਼ਿਆਦਾ ਘੱਟ ਹੋਏਗਾ ਤਾਂ ਉਹਦੀ ਵੇਵਲੈਂਥ ਬਹੁਤ ਜ਼ਿਆਦਾ ਹੋ ਜਾਏਗੀ, ਬਿਕੋਜ਼ ਲੈਮਡਾ ਇਜ਼ ਇਨਵਰਸਲੀ ਪ੍ਰੋਪੋਰਸ਼ਨਲ ਟੂ ਮਾਸ। ਇਸ ਕਰਕੇ ਕੀ ਹੋ ਗਿਆ ਬੇਟਾ, ਜਿਹੜੀ ਨਿਊਕਲੀਅਸ ਦੇ ਅੰਦਰ ਇਲੈਕਟ੍ਰੋਨ ਦੀ ਹੋਣ ਦੀ ਪੋਸੀਬਿਲਿਟੀ ਬਹੁਤ ਥੋੜੀ ਹੋ ਜਾਏਗੀ। ਇਸ ਕਰਕੇ ਇਹ ਥਿਊਰੀ ਵੈਲਿਡ ਨਹੀਂ ਹੈ। ਸੋ ਜਿਹੜੀ ਪ੍ਰੋਟੋਨ ਐਂਡ ਨਿਊਟਰੋਨ ਥਿਊਰੀ ਹੈ ਉਸੇ ਨੂੰ ਆਪਾਂ ਟੈਕਲ ਕਰ ਸਕਦੇ ਹਾਂ, ਉਸੇ ਨੂੰ ਆਪਾਂ ਕੰਸੀਡਰ ਕਰ ਸਕਦੇ ਹਾਂ ਐਂਡ ਉਹਦੇ ਐਕਸਪੈਰੀਮੈਂਟਲੀ ਪ੍ਰੂਫ ਵੀ ਮਿਲ ਚੁੱਕੇ ਹੈ ਕਿ ਨਿਊਕਲੀਅਸ ਦੇ ਅੰਦਰ ਨਿਊਟਰੋਨ ਐਂਡ ਪ੍ਰੋਟੋਨ ਐਗਜ਼ਿਸਟ ਕਰਦੀ ਹੈ ਰਾਦਰ ਦੈਨ ਇਲੈਕਟ੍ਰੋਨ ਐਂਡ ਪ੍ਰੋਟੋਨ। तो ये थ्योरी वैलिडेट हो जाती है। तो बाकी चीज़ा बेटा आप नैक्सट टाइम डिस्कस करांगे। तो अगर कोई डाउट्स है तो बेटा पूछ लो। थैंक यू वेरी मच। एनी डाउट्स बेटा? नो सर। थैंक यू बेटा। ओके नेक्स्ट टाइम मिलेंगे मंडे को सेम टाइम 11 बजे। ओके ओके सर। ओके सर, थैंक यू। ओके बाय बाय। बाय।